Hello everyone. Today we will read the chapter 3 questions. First chapter है जी ਇਹ class 7th ਦਾ ਤਾਂ ਇਹਦੇ ਵਿੱਚ ਕੀ ਸਟੋਰੀ ਆ a king has 3 questions ਵੀ king ਦੇ 3 questions ਹੁੰਦੇ ਨੇ ਤੇ ਉਹਨਾਂ ਦੇ ਆਨਸਰ ਲੱਭ ਰਿਹਾ ਹੁੰਦਾ ਹੈ ਤਾਂ ਇਸ ਚੈਪਟਰ ਦੇ ਵਿੱਚ ਆਪਾਂ ਰੀਡ ਕਰਾਂਗੇ ਉਹ ਕੁਐਸਚਨਸ ਕਿਹੜੇ-ਕਿਹੜੇ ਆ ਤੇ ਕੀ king ਨੂੰ ਉਹ ਆਨਸਰ ਮਿਲੇ ਜੋ ਉਹ ਚਾਹੁੰਦਾ ਸੀ ਓਕੇ ਲੈਟਸ ਸਟਾਰਟ ਵਿਦ the first para. The thought came to a certain king that he would never fail if he knew 3 things. ਹੁਣ ਜੇ ਇੱਕ ਰਾਜਾ ਸੋਚਦਾ ਏ ਵੀ ਜੇ ਮੈਨੂੰ ਇਹ 3 ਚੀਜ਼ਾਂ ਬਾਰੇ ਪਤਾ ਚੱਲ ਜਾਵੇ ਤਾਂ ਮੈਂ ਕਦੇ ਵੀ ਫੇਲ ਨਹੀਂ ਹੋਊਂਗਾ. These 3 things were what is the right time to begin something. ਵੀ ਇਹ 3 ਚੀਜ਼ਾਂ ਕਿਹੜੀਆਂ-ਕਿਹੜੀਆਂ ਸੀਗੀਆਂ ਵੀ ਕੋਈ ਵੀ ਕੰਮ ਸ਼ੁਰੂ ਕਰਨ ਦਾ ਸਹੀ ਸਮਾਂ ਕੀ ਆ. Which people should he listen to. ਵੀ ਕਿਹੜੇ ਲੋਕ ਨੇ ਜਿਨ੍ਹਾਂ ਦੀ ਉਸ ਨੂੰ ਸੁਣਨੀ ਚਾਹੀਦੀ ਆ. What is the important thing for him to do. ਵੀ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਆ ਜਿਹੜੀ ਉਹ ਕੀ ਆ. ਇੰਪੋਰਟੈਂਟ ਹੁੰਦਾ ਮਹੱਤਵਪੂਰਨ. The king therefore sent messengers throughout his kingdom promising a large sum of money to anyone who would answer these 3 questions. ਹਾਂਜੀ ਹੁਣ ਉਹ ਆਪਣੇ ਮੈਸੇਂਜਰਸ ਭੇਜਦਾ ਜੀ. ਮੈਸੇਂਜਰਸ ਕੀ ਹੁੰਦੇ ਨੇ ਦੂਤ ਜਿਹੜੇ ਕਿੰਗ ਦੇ ਮੈਸੇਜ ਨੂੰ ਲੈ ਕੇ ਅਲੱਗ-ਅਲੱਗ ਜਗ੍ਹਾ ਤੇ ਜਾਂਦੇ ਨੇ ਠੀਕ ਹੈ. ਉਹਦੇ ਰਾਜ ਦੇ ਵਿੱਚ ਕਿੰਗਡਮ ਹੁੰਦਾ ਹੈ ਰਾਜ ਓਕੇ ਤਾਂ ਉਹ ਕੀ ਕਰਦਾ ਹੈ ਆਪਣੇ ਮੈਸੇਂਜਰ ਭੇਜਦਾ ਹੈ ਵੀ ਮੇਰਾ ਇਹ ਮੈਸੇਜ ਸਭ ਨੂੰ ਦਿਓ ਅਤੇ ਮੈਂ ਜਿਹੜਾ ਵੀ ਆਨਸਰ ਇਹਦੇ 3 ਕੁਐਸਚਨਸ ਦਾ ਆਨਸਰ ਦਊਗਾ ਅਤੇ ਮੈਂ ਉਹਨੂੰ ਕੀ ਦਊਂਗਾ ਲਾਰਜ ਸਮ ਆਫ ਮਨੀ ਬਹੁਤ ਸਾਰਾ ਪੈਸਾ ਦਊਂਗਾ. ਮੈਨੀ ਵਾਈਜ਼ ਮੈਨ ਕੇਮ ਟੂ ਦਾ ਕਿੰਗ. ਬਹੁਤ ਸਾਰੇ ਬੁੱਧੀਮਾਨ ਵਿਅਕਤੀ ਰਾਜਾ ਕੋਲ ਆਉਂਦੇ ਨੇ ਬਟ ਸਾਰਿਆਂ ਦੇ ਜਿਹੜੇ ਆਨਸਰਸ ਹੁੰਦੇ ਨੇ ਉਹ ਕਿਆ ਹੁੰਦੇ ਨੇ ਅਲੱਗ-ਅਲੱਗ ਹੁੰਦੇ ਨੇ. ਇਨ ਦਾ ਰਿਪਲਾਈ ਆਫ ਫਸਟ ਕੁਐਸਚਨ ਵੀ ਪਹਿਲੇ ਕੁਐਸਚਨ ਕੀ ਸੀਗਾ ਉਹਦਾ ਵੀ ਸਹੀ ਸਮਾਂ ਕਿਹੜਾ ਹੈ ਠੀਕ ਹੈ ਕਿਸੇ ਵੀ ਕੰਮ ਨੂੰ ਕਰਨ ਦਾ ਤਾਂ ਅਲੱਗ-ਅਲੱਗ ਆਨਸਰ ਮਿਲਦੇ ਆ ਉਹਨੂੰ. some said the king must prepare a timetable and follow it strictly. ਹਾਂਜੀ ਹੁਣ ਕੁਝ ਕਹਿੰਦੇ ਨੇ ਜੀ ਕਿੰਗ ਨੂੰ ਰਾਜੇ ਨੂੰ ਟਾਈਮ ਟੇਬਲ ਬਣਾ ਲੈਣਾ ਚਾਹੀਦਾ ਤੇ ਉਹਨੂੰ ਸਟ੍ਰਿਕਟਲੀ ਫੋਲੋ ਕਰਨਾ ਚਾਹੀਦਾ ਹੈ ਬਹੁਤ ਸਖਤੀ ਦੇ ਨਾਲ ਹੈ ਨਾ. only the way he could he do everything at its proper time. ਵੀ ਸਿਰਫ ਇਹੀ ਇੱਕ ਚੀਜ਼ ਆ ਜਿਹਦੇ ਨਾਲ ਉਹ ਆਪਣੇ ਸਾਰੇ ਕੰਮ ਪ੍ਰੋਪਰ ਟਾਈਮ 'ਤੇ ਕਰ ਸਕਦਾ ਹੈ. others said that it was impossible to decide in advance the right time for doing something. ਹਾਂਜੀ ਹੁਣ ਐਡਵਾਂਸ ਦਾ ਮੀਨਿੰਗ ਹੁੰਦਾ ਜੀ ਪਹਿਲਾਂ ਤੋਂ ਹੀ. ਹੁਣ ਹੋਰ ਕਹਿੰਦੇ ਨੇ ਵੀ ਪਹਿਲਾਂ ਤੋਂ ਹੀ ਆਪਾਂ ਨੂੰ ਚੀਜ਼ਾਂ ਬਾਰੇ ਨਹੀਂ ਨਾ ਪਤਾ ਹੁੰਦਾ ਵੀ ਕਿਹੜੀ ਚੀਜ਼ ਕਦੋਂ ਹੋਣੀ ਆ ਤਾਂ ਉੱਦਾਂ ਹੀ ਕਿਸੇ ਵੀ ਚੀਜ਼ ਵਾਸਤੇ ਪਹਿਲਾਂ ਹੀ ਟਾਈਮ ਟੇਬਲ ਬਣਾ ਕੇ ਤਾਂ ਰੱਖਣਾ ਇੰਪੋਸੀਬਲ ਆ. The king should notice all that was going on, avoid foolish pleasures and always do whatever seems necessary at that time. ਹਾਂਜੀ ਹੁਣ ਕੁਝ ਕਹਿੰਦੇ ਨੇ ਜੀ ਵੀ ਕਿੰਗ ਨੂੰ ਕੀ ਕਰਨਾ ਚਾਹੀਦਾ ਨੋਟਿਸ ਕਰਨਾ ਚਾਹੀਦਾ ਵੀ ਦੇਖਣਾ ਚਾਹੀਦਾ ਵੀ ਉਹਦੇ ਆਸੇ-ਪਾਸੇ ਕੀ ਹੋ ਰਿਹਾ ਹੈ ਕੀ ਗੋਇੰਗ ਔਨ ਹੋ ਰਿਹਾ ਹੈ ਮਤਲਬ ਕਿਆ-ਕਿਆ ਚੀਜ਼ਾਂ ਹੋ ਰਹੀਆਂ ਨੇ ਤੇ ਫੁਲਿਸ਼ ਪਲੈਜ਼ਰਸ ਜਿਹੜੇ ਫਾਲਤੂ ਦੇ ਸੁੱਖ ਸੁਵਿਧਾਵਾਂ ਨੇ ਉਹਨੂੰ ਅਵੋਇਡ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਉਹ ਕੰਮ ਕਰਨਾ ਚਾਹੀਦਾ ਹੈ ਜਿਹੜਾ ਉਸ ਟਾਈਮ ਲਈ ਜ਼ਰੂਰੀ ਹੋਵੇ ਠੀਕ ਹੈ. Yet others said that the king needed a council of wise men who would help him act the proper time. ਹਾਂਜੀ ਹੁਣ ਕੁਝ ਲੋਕ ਕਹਿੰਦੇ ਨੇ ਉਹਨੂੰ ਕੀ ਕਰਨਾ ਚਾਹੀਦਾ ਕਾਉਂਸਿਲ ਆਫ ਵਾਈਸ ਮੈਨ ਕਰਨੀ ਚਾਹੀਦੀ ਹੈ. ਕਾਉਂਸਿਲ ਮਤਲਬ ਵੀ ਕੁਝ ਲੋਕਾਂ ਦਾ ਗਰੁੱਪ ਹੁੰਦਾ ਹੈ ਜਿਹੜੇ ਕਿ ਉਹਨੂੰ ਐਡਵਾਈਸ ਦੇਣ ਵਾਸਤੇ ਰੱਖੇ ਜਾਂਦੇ ਨੇ ਓਕੇ ਵੀ ਉਹਨੂੰ ਕੁਝ ਬੁੱਧੀਮਾਨ ਵਿਅਕਤੀਆਂ ਦਾ ਗਰੁੱਪ ਆਪਣੇ ਕੋਲ ਰੱਖਣਾ ਚਾਹੀਦਾ ਹੈ ਜਿਹੜੀ ਉਹਨੂੰ ਪ੍ਰੋਪਰ ਟਾਈਮ 'ਤੇ ਕੰਮ ਕਰਨ ਵਾਸਤੇ ਹੈਲਪ ਕਰ ਸਕਦੇ ਨੇ. This was because one man would find it impossible to decide correctly without help from others the right time for every action. ਹੁਣ ਉਹ ਕਹਿੰਦਾ ਕਿਉਂਕਿ ਇਹ ਇੱਕ ਆਦਮੀ ਵਾਸਤੇ ਮੁਸ਼ਕਿਲ ਹੁੰਦਾ ਹੈ ਵੀ ਕੋਈ ਵੀ ਕੰਮ ਵਾਸਤੇ ਪ੍ਰੋਪਰ ਟਾਈਮ ਡਿਸਾਈਡ ਕਰ ਪਾਉਣਾ ਦੂਸਰਿਆਂ ਦੀ ਹੈਲਪ ਤੋਂ ਬਿਨਾਂ. But then others said that there were some things which could be urgent. ਹੁਣ ਹੋਰ ਦੂਸਰੇ ਕਹਿੰਦੇ ਨੇ ਵੀ ਕੁਝ ਕੰਮ ਇਹੋ ਜਿਹੇ ਵੀ ਹੁੰਦੇ ਜਿਹੜੇ ਬਹੁਤ ਜ਼ਿਆਦਾ ਅਰਜੈਂਟ ਹੁੰਦੇ ਨੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ. These things could not wait for the decision of the council. ਹਾਂਜੀ ਹੁਣ ਕਾਉਂਸਲ ਜਿਹੜੀ ਹੋਊਗੀ ਉਹ ਡਿਸੀਜਨ ਲੈਣ ਦੇ ਵਿੱਚ ਟਾਈਮ ਲਗਾਊਗੀ ਨਾ ਵੀ ਕਿਸੇ ਦਾ ਕਿਉਂਕਿ ਹੁਣ ਜੇ 4 ਬੰਦੇ ਵੀ ਹੋਣਗੇ ਉਹਦੇ ਕਾਉਂਸਲ ਦੇ ਵਿੱਚ ਕਿਸੇ ਦਾ ਡਿਸੀਜਨ ਕੁਛ ਹੋਊਗਾ ਕਿਸੇ ਦਾ ਕੁਛ ਹੋਊਗਾ ਕਿਉਂਕਿ ਹਰੇਕ ਬੰਦੇ ਦੀ ਮੈਂਟੈਲਿਟੀ ਕੀ ਹੁੰਦੀ ਹੈ ਅਲੱਗ-ਅਲੱਗ ਹੁੰਦੀ ਆ. ਉਹਨੇ ਜਿਹੜਾ ਡਿਸੀਜਨ ਹੋਊਗਾ ਕਾਉਂਸਲ ਦਾ ਉਹ ਆਉਣ ਦੇ ਵਿੱਚ ਟਾਈਮ ਵੀ ਲੱਗ ਸਕਦਾ ਵੀ ਇਸ ਕਰਕੇ ਕੁਝ ਲੋਕ ਕਹਿੰਦੇ ਨੇ ਵੀ ਇਹ ਵੀ ਆਈਡੀਆ ਠੀਕ ਨਹੀਂ ਹੈਗਾ ਕਾਉਂਸਲ ਵਾਲਾ ਠੀਕ ਹੈ. In order to decide the right time for doing something it is necessary to look into the future.
हाँ जी, हुण कुछ लोग की कहंदे ने भी कोई भी चीज़ वास्ते सही समा देखण लई फ्यूचर दे विच झांकना जरूरी आ। हाँ जी, एंड ओनली मैजिशियंस कुड डू दैट। हाँ जी, हुण उन्हां दे अकॉर्डिंग मैजिशियंस ਜਿਹੜੇ ਜਾਦੂਗਰ ਹੁੰਦੇ ਆ ਉਹੀ ਕਹਿੰਦੇ ਫਿਊਚਰ ਦੱਸ ਸਕਦੇ ਆ। ਦ ਕਿੰਗ ਦੇਅਰਫੋਰ ਵੁੱਡ ਹੈਵ ਟੂ ਗੋ ਟੂ ਮੈਜੀਸ਼ੀਅਨਸ। ਇਸ ਕਰਕੇ ਜਿਹੜਾ ਕਿੰਗ ਆ ਉਹਨੂੰ ਕਿਹਦੇ ਕੋਲ ਜਾਣਾ ਚਾਹੀਦਾ ਹੈ? ਜਾਦੂਗਰਾਂ ਕੋਲ ਜਾਣਾ ਚਾਹੀਦਾ ਹੈ। In their answers to the second questions, some said that the people most necessary to the king were his counselors। हाँ जी, हुण ਜਿਹੜਾ second questions ਕੀ ਸੀਗਾ ਉਹਦਾ? हाँ जी, ਕੀ ਸੀਗਾ ਉਹਦਾ second question? ਆਹ ਵਾਲਾ, which people should he listen to? ਕਿਹੜੇ ਲੋਕਾਂ ਦੀ ਉਹਨੂੰ ਸੁਣਨੀ ਚਾਹੀਦੀ ਆ। ਠੀਕ ਹੈ ਜੀ। ਹੁਣ ਉਹ ਕਹਿ ਰਹੇ ਆ ਵੀ ਸੈਕੰਡ ਕੁਐਸਚਨ ਦੇ ਆਨਸਰ ਦੇ ਵਿੱਚ ਕੁਝ ਪੀਪਲ ਕਹਿੰਦੇ ਨੇ ਮੋਸਟ ਨੈਸੈਸਰੀ ਥਿੰਗ ਟੂ ਦ ਕਿੰਗ ਵਰ ਹਿਜ਼ ਕਾਉਂਸਲਰਸ। ਹੁਣ ਜੀ ਉਹ ਕੁਝ ਕਹਿੰਦੇ ਨੇ ਜਿਹੜੇ ਉਹਨੇ ਕਾਉਂਸਲਰਸ ਰੱਖੇ ਹੁੰਦੇ ਆ, ਠੀਕ ਹੈ, ਐਡਵਾਈਸ ਵਾਸਤੇ ਗਰੁੱਪ ਆਫ ਪੀਪਲ ਹੁੰਦਾ ਹੈ, ਉਹਨਾਂ ਨੂੰ ਸੁਣਨਾ ਚਾਹੀਦਾ। ਕੁਝ ਕਹਿੰਦੇ ਨੇ ਆਪਣੇ ਜਿਹੜੇ ਪੁਜਾਰੀ ਵਗੈਰਾ ਹੁੰਦੇ ਆ ਉਹਨਾਂ ਨੂੰ ਸੁਣਨਾ ਚਾਹੀਦਾ ਹੈ। A few others choose the doctor। ਕੁਝ ਕਹਿੰਦੇ ਨੇ ਜੀ ਡਾਕਟਰਾਂ ਦੀ ਸੁਣਨੀ ਚਾਹੀਦੀ ਆ ਉਹਨੂੰ। ਐਂਡ yet others said that his soldiers were the most necessary। ਉਸ ਤੋਂ ਬਾਅਦ ਕੁਝ ਕਹਿੰਦੇ ਨੇ ਜੀ ਉਹਨੂੰ ਕੀ ਸੁਣਨੀ ਚਾਹੀਦੀ ਆਪਣੇ ਸੋਲਜਰਸ ਦੇ, ਸਿਪਾਹੀਆਂ ਦੀ। ਹਾਂਜੀ, ਹੁਣ ਆ ਗਿਆ ਜੀ ਥਰਡ ਕੁਐਸਚਨ ਦਾ ਆਨਸਰ। ਉਹਨੂੰ ਕੀ ਮਿਲਦਾ ਹੈ ਵੀ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਸੀਗੀ ਹੈ ਨਾ, ਕਿਹੜੀ ਉਹਦੇ ਵਾਸਤੇ ਹੋਣੀ ਚਾਹੀਦੀ ਆ? ਕੁਝ ਕਹਿੰਦੇ ਨੇ ਸਾਇੰਸ ਹੋਣੀ ਚਾਹੀਦੀ ਆ, ਅਤੇ ਦੂਸਰੇ ਕਹਿੰਦੇ ਨੇ ਜੀ ਫਾਈਟਿੰਗ, ਲੜਾਈ ਹੋਣੀ ਚਾਹੀਦੀ ਆ। ਕੁਝ ਕਹਿੰਦੇ ਨੇ ਰਿਲੀਜੀਅਸ ਵਰਸ਼ਿਪ, ਮਤਲਬ ਪਾਠ ਪੂਜਾ ਜਿਹੜੀ ਆ ਉਹ ਉਹਦੇ ਵਾਸਤੇ ਜ਼ਰੂਰੀ ਹੋਣੀ ਚਾਹੀਦੀ ਹੈ। ਠੀਕ ਹੈ। ਐਜ਼ ਦ ਆਨਸਰਸ ਟੂ ਹਿਜ਼ ਕੁਐਸਚਨਸ ਵਰ ਸੋ ਡਿਫਰੈਂਟ ਦ ਕਿੰਗ ਵਾਜ਼ ਨੋਟ ਸੈਟਿਸਫਾਈਡ ਐਂਡ ਗੇਵ ਨੋ ਰਿਵਾਰਡ। ਹਾਂਜੀ, ਕਿਉਂਕਿ ਹੁਣ ਉਹਦੇ ਜਿਹੜੇ ਕੁਐਸਚਨਸ ਹੁੰਦੇ ਨੇ ਉਹਦੇ ਆਨਸਰਸ ਉਹਨੂੰ ਅਲੱਗ-ਅਲੱਗ ਮਿਲਦੇ ਨੇ ਨਾ, ਇਸ ਕਰਕੇ ਉਹ ਕੀ ਹੁੰਦਾ ਹੈ, ਸੈਟਿਸਫਾਈਡ ਨਹੀਂ ਹੁੰਦਾ। ਸੈਟਿਸਫਾਈਡ ਹੁੰਦਾ ਸੰਤੁਸ਼ਟ ਨਹੀਂ ਹੁੰਦਾ, ਅਤੇ ਉਹ ਕੋਈ ਵੀ ਰਿਵਾਰਡ ਨਹੀਂ ਦਿੰਦਾ, ਇਨਾਮ ਨਹੀਂ ਦਿੰਦਾ। ਇੰਸਟੈਡ ਹੀ ਡਿਸਾਈਡਡ ਟੂ ਸੀਕ ਦ ਐਡਵਾਈਸ ਆਫ ਅ ਸਰਟਨ ਹਰਮਿਟ who was widely known for his wisdom। ਹਾਂਜੀ, ਹੁਣ ਉਸ ਤੋਂ ਬਾਅਦ ਉਹ ਕੀ ਡਿਸਾਈਡ ਕਰਦਾ ਹੈ, ਜਦੋਂ ਉਹਨੂੰ ਆਨਸਰ ਨਹੀਂ ਮਿਲਦਾ ਉਹ ਡਿਸਾਈਡ ਕਰਦਾ ਹੈ ਵੀ ਮੈਂ ਉਹ ਹਰਮਿਟ ਦਾ ਮੀਨਿੰਗ ਹੁੰਦਾ ਹੈ ਰਜੇ ਸੰਨਿਆਸੀ, ਜਿਹੜਾ ਮਤਲਬ ਸੰਸਾਰ ਨੂੰ ਤਿਆਗ ਕੇ ਇੱਕ ਮਤਲਬ ਇਕੱਲਾ ਰਹਿੰਦਾ ਹੋਵੇ, ਵੀ ਉਹਨੇ ਸਭ ਮੋਹ ਮਾਇਆ ਸੰਸਾਰ ਦੀ ਛੱਡ ਦਿੱਤੀ ਹੋਵੇ। ਸੰਨਿਆਸੀ ਵਰਡ ਯੂਜ਼ ਕਰ ਸਕਦੇ ਹਾਂ ਆਪਾਂ। ਠੀਕ ਹੈ, ਵੀ ਉਹ ਸੰਨਿਆਸੀ ਕੋ ਸੋਚਦਾ ਵੀ ਮੈਂ ਉਹ ਸੰਨਿਆਸੀ ਕੋ ਜਾਊਂਗਾ, ਕਿਉਂਕਿ ਉਹ ਆਪਣੀ ਬੁੱਧੀਮਾਨੀ ਵਾਸਤੇ ਬਹੁਤ ਜ਼ਿਆਦਾ ਪ੍ਰਸਿੱਧ ਸੀਗਾ। ਵਾਈਡਲੀ ਨੋਨ ਮਤਲਬ ਦੂਰ ਦੂਰ ਤੱਕ ਉਹ ਜਾਣਦੇ ਸੀ ਉਹਨੂੰ। ਦ ਹਰਮਿਟ ਲਿਵਡ ਇਨ ਅ ਵੁੱਡ ਦਾ ਮੀਨਿੰਗ ਵੈਸੇ ਹੁੰਦਾ ਜੀ ਲੱਕੜ, ਬਟ ਇੱਥੇ ਯੂਜ਼ ਕੀਤਾ ਗਿਆ ਫੋਰੈਸਟ ਵਾਸਤੇ। ਠੀਕ ਹੈ, ਆ ਦਿੱਤੇ ਹੋਏ ਨਾ, ਆ ਦੇਖੋ ਸਾਈਡ 'ਤੇ ਤੁਹਾਨੂੰ ਅ ਸਮੋਲ ਫੋਰੈਸਟ। ਹਾਂਜੀ, ਠੀਕ ਹੈ, ਵੀ ਛੋਟਾ ਜਿਹਾ ਜੰਗਲ। ਹੁਣ ਹਰਮਿਟ ਕਿੱਥੇ ਰਹਿੰਦਾ ਸੀ? ਜੰਗਲ ਦੇ ਵਿੱਚ ਰਹਿੰਦਾ ਸੀ। ਵਿਚ ਹੀ ਨੈਵਰ ਲੈਫਟ, ਵੀ ਉਹ ਕਦੇ ਵੀ ਉਸ ਜੰਗਲ ਤੋਂ ਬਾਹਰ ਨਹੀਂ ਸੀ ਗਿਆ। ਹੀ ਸਾ ਨੋ ਵਨ ਬਟ ਸਿੰਪਲ ਪੀਪਲ, ਵੀ ਉਹਨੇ ਕਿਸੇ ਨੂੰ ਵੀ ਨਹੀਂ ਦੇਖਿਆ ਸੀ, ਸਿਰਫ ਜਿਹੜੇ ਸਿੰਪਲ ਲੋਕ ਹੁੰਦੇ ਨੇ, ਸਧਾਰਨ ਲੋਕ, ਉਹਨਾਂ ਨੂੰ ਦੇਖਿਆ ਸੀ। ਐਂਡ ਸੋ ਦਾ ਕਿੰਗ ਪੁੱਟ ਔਨ ਆਰਡੀਨਰੀ ਕਲੋਥਸ। ਇਸ ਕਰਕੇ ਜਿਹੜਾ ਕਿੰਗ ਆ, ਰਾਜਾ ਹੈ, ਉਹ ਵੀ ਸਿੰਪਲ ਕੱਪੜੇ ਪਾ ਲੈਂਦਾ ਹੈ। ਬਿਫੋਰ ਹੀ ਰੀਚ ਦਾ ਹਰਮਿਟ ਹਟ ਦ ਕਿੰਗ ਲੈਫਟ ਹਿਜ਼ ਹਾਰਸ ਵਿਦ ਹਿਜ਼ ਬਾਡੀਗਾਰਡ। ਹੁਣ ਇਸ ਤੋਂ ਪਹਿਲਾਂ ਕਿ ਉਹਦੀ ਝੌਂਪੜੀ ਦੇ ਕੋਲ ਪਹੁੰਚਦਾ, ਕਿੰਗ ਕੀ ਕਰਦਾ ਹੈ, ਆਪਣਾ ਜਿਹੜਾ ਹਾਰਸ ਹੁੰਦਾ ਹੈ, ਘੋੜਾ ਹੁੰਦਾ, ਉਹ ਵੀ ਆਪਣੇ ਬਾਡੀਗਾਰਡਸ ਦੇ ਕੋਲ ਛੱਡ ਦਿੰਦਾ ਹੈ ਅਤੇ ਇਕੱਲਾ ਹੀ ਤੁਰ ਪੈਂਦਾ ਹੈ। ਵੈਨ ਐਜ਼ ਦਾ king came near the hermit's hut, he saw the hermit digging the ground in front of his hut। ਹਾਂਜੀ, ਹੁਣ ਜਿੱਦਾਂ ਹੀ ਜਿਹੜਾ ਰਾਜਾ ਹੈ ਉਹ ਹਰਮਿਟ ਦੀ ਹੱਟ ਦੇ ਕੋਲ ਪਹੁੰਚਦਾ, ਉਹ ਦੇਖ ਰਿਹਾ ਹੁੰਦਾ ਹੈ ਵੀ ਜਿਹੜਾ ਹਰਮਿਟ ਆ ਉਹ ਕੀ ਕਰ ਰਿਹਾ ਹੁੰਦਾ ਹੈ, ਆਪਣੀ ਝੌਂਪੜੀ ਦੇ ਮੂਹਰੇ ਖੁਦਾਈ ਕਰ ਰਿਹਾ ਹੁੰਦਾ। ਡਿਗਿੰਗ ਦਾ ਮੀਨਿੰਗ ਹੁੰਦਾ ਖੁਦਾਈ ਕਰਨਾ। ਹੀ ਗ੍ਰੀਟਿਡ ਦਾ ਕਿੰਗ ਐਂਡ ਕੰਟੀਨਿਊਡ ਡਿਗਿੰਗ। ਹੁਣ ਉਹ ਕਿੰਗ ਨੂੰ ਗ੍ਰੀਟ ਕਰਦਾ। ਗ੍ਰੀਟ ਦਾ ਮੀਨਿੰਗ ਹੁੰਦਾ ਜੀ ਕਿਸੇ ਨੂੰ ਨਮਸਤੇ, ਜਿਵੇਂ ਆਪਾਂ ਆਪਣੇ ਘਰ ਕੋਈ ਆਉਂਦਾ ਨਾ ਗੈਸਟ, ਆਪਾਂ ਨਮਸਤੇ ਬੁਲਾਉਂਦੇ, ਸਤਿ ਸ਼੍ਰੀ ਅਕਾਲ ਜੋ ਵੀ ਬੁਲਾਉਂਦੇ ਆ, ਉਹਨੂੰ ਕਹਿੰਦੇ ਨੇ ਗ੍ਰੀਟ ਕਰਨਾ, ਕਿਸੇ ਨੂੰ ਹੈਲੋ ਹਾਏ ਕਰਨਾ। ਉਹਨੂੰ ਗ੍ਰੀਟ ਕਰਦਾ ਕਿੰਗ ਨੂੰ, ਅਤੇ ਪੱਟਣਾ ਆਪਣਾ ਚਾਲੂ ਰੱਖਦਾ। ਕੰਟੀਨਿਊਡ ਹੁੰਦਾ ਜਾਰੀ ਰੱਖਣਾ। ਦ ਹਰਮਿਟ ਵਾਜ਼ ਓਲਡ ਐਂਡ ਵੀਕ, ਵੀ ਜਿਹੜਾ ਹਰਮਿਟ ਹੁੰਦਾ ਹੈ ਉਹ ਕੀ ਹੁੰਦਾ, ਕਮਜ਼ੋਰ ਹੁੰਦਾ ਅਤੇ ਬੁੱਢਾ ਹੁੰਦਾ ਹੈ। ਐਂਡ ਐਜ਼ ਹੀ ਵਰਕਡ ਹੀ ਬਰੀਥਡ ਹੈਵੀਲੀ। ਬਰੀਥ ਹੈਵੀਲੀ ਮਤਲਬ ਜਿਵੇਂ ਆਪਾਂ ਨੂੰ ਸਾਹ ਨਹੀਂ ਚੜ੍ਹਨ ਲੱਗ ਜਾਂਦਾ ਹੁੰਦਾ, ਜਿਵੇਂ ਜਿਵੇਂ ਉਹ ਕੰਮ ਕਰ ਰਿਹਾ ਸੀ ਉਵੇਂ ਉਹਦਾ ਸਾਹ ਸੀ ਜਿਹੜਾ ਉਹ ਭਾਰੀ ਹੋ ਰਿਹਾ ਸੀ, ਜਾਣੀ ਉਹਨੂੰ ਸਾਹ ਚੜ੍ਹ ਰਿਹਾ ਸੀ। ਦ ਕਿੰਗ ਵੈਂਟ ਅਪ ਟੂ ਦ ਹਰਮਿਟ ਐਂਡ ਸੈਡ, ਆਈ ਹੈਵ ਕੇਮ ਟੂ ਯੂ ਵਾਈਜ਼ ਹਰਮਿਟ ਟੂ ਆਸਕ ਯੂ ਟੂ ਆਨਸਰ 3 ਕੁਐਸਚਨਸ। ਹਾਂਜੀ, ਹੁਣ ਉਹ ਜਿਹੜਾ ਕਿੰਗ ਆ ਉਹ ਹਰਮਿਟ ਦੇ ਕੋਲ ਜਾਂਦਾ ਹੈ ਅਤੇ ਉਹਨੂੰ ਦੱਸਦਾ ਹੈ
ਵੀ ਮੈਂ ਤੇਰੇ ਕੋਲ ਆਪਣੇ 3 ਕੁਐਸਚਨਸ ਦੇ ਆਨਸਰ ਲੈਣ ਵਾਸਤੇ ਆਇਆ। ਉਹਨੂੰ ਆਪਣੇ 3 ਕੁਐਸਚਨਸ ਦੱਸਦਾ ਹੈ ਵੀ ਸਹੀ ਟਾਈਮ ਤੇ ਕਿਹੜੇ ਲੋਕ ਸਹੀ ਟਾਈਮ ਕਿਹੜਾ ਕੰਮ ਸ਼ੁਰੂ ਕਰਨ ਨੂੰ, ਕਿਹੜੇ ਲੋਕਾਂ ਨਾਲ ਮੈਨੂੰ ਬੋਲਣਾ ਚਾਹੀਦਾ ਹੈ ਤੇ ਕਿਹੜੇ ਕੰਮ ਆ ਮੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਆ। The hermit listened to the king but didn't speak. He went on digging. You are tired, said the king. ਹਾਂਜੀ, ਹੁਣ ਹਰਮਿਟ ਆ ਜਿਹੜਾ ਕਿੰਗ ਦੀ ਗੱਲ ਸੁਣ ਲੈਂਦਾ ਹੈ ਬਟ ਉਹਨੂੰ ਕੋਈ ਆਨਸਰ ਨਹੀਂ ਦਿੰਦਾ, ਕੋਈ ਵੀ ਗੱਲ ਬੋਲਦਾ ਨਹੀਂ ਆ ਤੇ ਆਪਣਾ ਪੱਟਣਾ ਚਾਲੂ ਰੱਖਦਾ ਹੈ। ਹੁਣ ਕਿੰਗ ਉਹਨੂੰ ਕੀ ਕਹਿੰਦਾ ਵੀ ਕਹਿੰਦਾ ਤੁਸੀਂ ਥੱਕ ਗਏ ਹੋਵੋਗੇ, ਲੈਟ ਮੀ ਟੇਕ ਦਾ ਸਪੇਡ ਐਂਡ ਵਰਕ ਇਨ ਯੂਅਰ ਪਲੇਸ। ਸਪੇਡ ਹੁੰਦਾ ਜੀ ਕੁਲਹਾੜੀ ਜਾਂ ਫਾਵੜਾ ਜਿਹਨੂੰ ਕਹਿੰਦੇ ਆ, ਜਿਹੜੀ ਆ ਹੱਥ ਦੇ ਵਿੱਚ ਉਹਦੇ ਫੜੀ ਹੋਈ ਹੈ, ਠੀਕ ਹੈ। ਹੁਣ ਜੀ ਕਿੰਗ ਕਹਿੰਦਾ ਵੀ ਮੈਨੂੰ ਆਪਣੀ ਸਪੇਡ ਦੇ ਦਿਓ ਤੇ ਮੈਂ ਤੁਹਾਡੀ ਜਗ੍ਹਾ ਤੇ ਕੰਮ ਕਰਨਾ। ਥੈਂਕਸ, ਸੈਡ ਦਾ ਹਰਮਿਟ ਗਿਵਿੰਗ ਦਾ ਕਿੰਗ ਹਿਜ਼ ਸਪੇਡ, ਦੈਨ ਹੀ ਸੈਟ ਡਾਊਨ ਔਨ ਦਾ ਗਰਾਊਂਡ। ਹੁਣ ਜੀ ਹਰਮਿਟ ਆ ਜਿਹੜਾ ਉਹ ਉਹਦਾ ਧੰਨਵਾਦ ਕਰਦਾ ਹੈ, ਕਹਿੰਦਾ ਥੈਂਕਸ, ਤੇ ਕਿੰਗ ਨੂੰ ਸਪੇਡ ਦੇ ਦਿੰਦਾ ਹੈ, ਉਹ ਫਾਵੜਾ ਦੇ ਦਿੰਦਾ ਹੈ ਉਹਨੂੰ। ਉਸ ਤੋਂ ਬਾਅਦ ਜਾ ਕੇ ਕੀ ਕਰਦਾ ਹੈ, ਉਹ ਗਰਾਊਂਡ ਤੇ ਬਹਿ ਜਾਂਦਾ, ਧਰਤੀ ਤੇ ਜਾ ਕੇ ਬਹਿ ਜਾਂਦਾ ਹੈ। ਓਕੇ। ਵੈਨ ਦਾ ਕਿੰਗ ਹੈਡ ਡਗ 2 beds, ਜਦੋਂ ਕਿੰਗ ਹੈ ਜਿਹੜਾ 2 ਕਿਆਰੀਆਂ ਪੱਟ ਦਿੰਦਾ ਹੈ ਤਾਂ ਹੀ ਸਟੋਪਡ ਐਂਡ ਰਿਪੀਟਡ ਹਿਜ਼ ਕੁਐਸਚਨ, ਵੀ ਤਾਂ ਉਹ ਰੁਕਦਾ ਹੈ ਤੇ ਆਪਣੇ 2 ਕੁਐਸਚਨ ਜਿਹੜੇ 3 ਕੁਐਸਚਨਸ ਹੁੰਦੇ ਨੇ ਉਹਨਾਂ ਨੂੰ ਰਿਪੀਟ ਕਰਦਾ, ਦੁਬਾਰਾ ਬੋਲਦਾ ਹੈ। The hermit gave no answer but stood up, stretching out his hand for the spade and said, now you rest and let me work. ਹਾਂਜੀ, ਹੁਣ ਕੀ ਹੁੰਦਾ ਹੈ ਜੀ ਜਦੋਂ ਦੁਬਾਰਾ ਉਹ ਕੁਐਸਚਨਸ ਪੁੱਟ ਕਰਦਾ ਹੈ ਤਾਂ ਉਦੋਂ ਵੀ ਹਰਮਿਟ ਕੋਈ ਆਨਸਰ ਨਹੀਂ ਦਿੰਦਾ ਤੇ ਆਪਣੇ ਜਿਹੜੇ ਹੱਥ ਆ ਖੜਾ ਹੋ ਜਾਂਦਾ ਹੈ ਤੇ ਆਪਣੇ ਹੱਥ ਸਪੇਡ ਲੈਣ ਵਾਸਤੇ ਅੱਗੇ ਕਰਦਾ ਤੇ ਉਹਨੂੰ ਕਹਿੰਦਾ ਵੀ ਹੁਣ ਤੂੰ ਥੱਕ ਗਿਆ ਹੋਏਗਾ, ਤੂੰ ਰੈਸਟ ਕਰ ਲਾ ਤੇ ਮੈਨੂੰ ਕੰਮ ਕਰਨ ਦੇ। ਬਟ ਦਾ ਕਿੰਗ ਡਿਡ ਨਾਟ give him the spade and continue to dig. ਤੇ ਹੁਣ ਜਿਹੜਾ ਰਾਜਾ ਹੈ ਉਹਨੂੰ ਸਪੇਡ ਨਹੀਂ ਦਿੰਦਾ ਸੌਰੀ ਤੇ ਉਹਨੂੰ ਸਪੇਡ ਨਹੀਂ ਦਿੰਦਾ ਤੇ ਪੱਟਣਾ ਚਾਲੂ ਰੱਖਦਾ ਹੈ। 1 hour passed, then another, 1 ਘੰਟਾ ਲੰਘ ਜਾਂਦਾ ਹੈ, ਫਿਰ ਦੂਸਰਾ ਵੀ ਲੰਘ ਜਾਂਦਾ ਹੈ। The sun went down behind the trees, ਵੀ ਹੁਣ ਜਿਹੜਾ ਸੂਰਜ ਆ ਉਹ ਕੀ ਆ ਪੇੜਾਂ ਦੇ ਪਿੱਛੇ, ਯਾਨੀ ਛੁਪਣ ਵਾਲਾ ਹੁੰਦਾ, ਪੇੜਾਂ ਦੇ ਪਿੱਛੇ ਆ ਜਾਂਦਾ ਹੈ। And at last the king stuck the spade into the ground and said, I came to you, wise man, for an answer to my questions. If you can give me no answer, tell me so and I will return home. ਹਾਂਜੀ, ਹੁਣ ਜਿਹੜਾ ਰਾਜਾ ਹੈ ਉਹ ਕੀ ਕਰਦਾ ਹੈ, ਸਪੇਡ ਹੈ ਜਿਹੜੀ ਮਿੱਟੀ ਦੇ ਵਿੱਚ ਹੈ ਨਾ, ਜਿਵੇਂ ਕੰਮ ਵਗੈਰਾ ਕਰਕੇ ਆਪਾਂ ਮਿੱਟੀ ਦੇ ਵਿੱਚ ਦੱਬ ਦਿੰਦੇ ਨਾ, ਜਿਵੇਂ ਕੁਲਹਾੜੀ ਵਗੈਰਾ ਉੱਕਣੇ ਮਿੱਟੀ ਦੇ ਵਿੱਚ ਦੱਬ ਦਿੰਦਾ ਹੈ ਧਰਤੀ ਦੇ ਵਿੱਚ। ਤੇ ਹੁਣ ਉਹਨੂੰ ਪੁੱਛਦਾ ਹੈ ਹਰਮਿਟ ਨੂੰ, ਕਹਿੰਦਾ ਵੀ ਮੈਂ ਤੇਰੇ ਕੋਲ ਆਇਆ ਹੈ ਆਪਣੇ ਕੁਐਸਚਨਸ ਦੇ ਆਨਸਰ ਲੈਣ ਵਾਸਤੇ, ਵੀ ਜੇ ਤੂੰ ਉਹਨਾਂ ਦੇ ਆਨਸਰ ਨਹੀਂ ਦੇ ਸਕਦਾ ਕਹਿੰਦਾ ਮੈਨੂੰ ਦੱਸ ਦੇ, ਮੈਂ ਘਰੇ ਚਲੇ ਜਾਣਾ। ਹੇਅਰ ਕਮ ਸਮਵਨ ਰਨਿੰਗ, ਸੈਡ ਦਾ ਹਰਮਿਟ। ਹੁਣ ਹਰਮਿਟ ਕੀ ਕਹਿੰਦਾ ਹੈ, ਕਹਿੰਦਾ ਕੋਈ ਭੱਜਿਆ ਆ ਰਿਹਾ ਹੈ। The king turned around and saw a bearded man. Bearded ਕੀ ਹੁੰਦਾ ਹੈ, ਦਾੜੀ ਵਾਲਾ ਇਨਸਾਨ। ਵੀ ਹੁਣ ਦਾੜੀ ਵਾਲਾ ਬੰਦਾ ਕੋਈ ਭੱਜਿਆ ਆ ਰਿਹਾ ਹੁੰਦਾ ਉਹਨਾਂ ਦੇ ਵੱਲ। His hands were pressed against his stomach from which blood was flowing. ਹਾਂਜੀ, ਹੁਣ ਉਹਦੇ ਹੈਂਡਸ ਕਿੱਥੇ ਹੁੰਦੇ ਨੇ, ਉਹਦੇ ਸਟਮਕ 'ਤੇ ਹੁੰਦੇ ਆ ਜਿੱਥੋਂ ਬਲੱਡ ਨਿਕਲ ਰਿਹਾ ਹੁੰਦਾ ਹੈ। ਫਲੋਇੰਗ ਹੁੰਦਾ ਹੈ ਨਿਕਲਣਾ, ਜਿਵੇਂ ਪਾਣੀ ਵਹਿੰਦਾ ਹੈ ਨਾ, ਬਹਿ ਰਿਹਾ ਸੀ, ਠੀਕ ਹੈ, ਜਿਹੜਾ ਬਲੱਡ ਸੀ ਉਹ ਬਹਿ ਰਿਹਾ ਸੀ ਤੇ ਉਹਨੇ ਆਪਣੇ ਹੱਥਾਂ ਦੇ ਨਾਲ ਉਹਨੂੰ ਪ੍ਰੈਸ ਕੀਤਾ ਹੋਇਆ ਸੀ, ਦਬਾਇਆ ਹੋਇਆ ਸੀ। ਵੈਨ ਹੀ ਰੀਚ ਦਾ ਕਿੰਗ ਹੀ ਫੇਂਟਡ ਐਂਡ ਫੈਲ ਟੂ ਦਾ ਗਰਾਊਂਡ। ਫੇਂਟਡ ਕੀ ਹੁੰਦਾ ਜੀ, ਬੇਹੋਸ਼ ਹੋ ਜਾਣਾ। ਵੀ ਹੁਣ ਜਿਵੇਂ ਹੀ ਉਹ ਕਿੰਗ ਦੇ ਕੋਲ ਪਹੁੰਚਦਾ ਉਹ ਬੇਹੋਸ਼ ਹੋ ਜਾਂਦਾ ਤੇ ਧਰਤੀ ਤੇ ਗਿਰ ਜਾਂਦਾ ਹੈ। The king and the hermit removed the man's clothing and found a large wound in his stomach. ਹਾਂਜੀ, ਹੁਣ ਹਰਮਿਟ ਹੁੰਦਾ ਹੈ ਤੇ ਜਿਹੜਾ ਹਰਮਿਟ ਤੇ ਰਾਜਾ ਹੈ ਜਿਹੜਾ ਉਹ ਬੰਦਾ ਗਿਰ ਜਾਂਦਾ ਫੇਂਟ ਹੋ ਕੇ, ਉਹਦੇ ਕੱਪੜੇ ਉਤਾਰਦੇ ਆ ਤੇ ਦੇਖਦੇ ਆ ਬਹੁਤ ਬੜਾ ਜ਼ਖਮ ਹੁੰਦਾ ਹੈ, ਠੀਕ ਹੈ। ਵਾਊਂਡ ਦਾ ਮੀਨਿੰਗ ਹੁੰਦਾ ਹੈ ਜ਼ਖਮ, ਬਹੁਤ ਬੜਾ ਜ਼ਖਮ ਹੁੰਦਾ ਉਹਦੇ ਪੇਟ ਤੇ। The king washed and covered it with his handkerchief. handkerchief ਹੁੰਦਾ ਜੀ ਰੁਮਾਲ। ਹੁਣ ਕਿੰਗ ਹੈ ਜਿਹੜਾ ਉਹਨੂੰ ਧੋਂਦਾ ਹੈ ਉਹਦੇ ਜ਼ਖਮ ਨੂੰ ਤੇ ਉਹਨੂੰ ਕਵਰ ਕਰਦਾ ਹੈ, ਢੱਕਦਾ ਹੈ ਆਪਣੇ ਰੁਮਾਲ ਦੇ ਨਾਲ। ਬਟ ਦਾ ਬਲੱਡ ਵੁੱਡ ਨਾਟ ਸਟੋਪ ਫਲੋਇੰਗ, ਬਟ ਜਿਹੜਾ ਬਲੱਡ ਆ ਉਹ ਬਹਿਣਾ ਬੰਦ ਨਹੀਂ ਹੁੰਦਾ। The king redressed the wound until at last the bleeding stopped. ਹੁਣ ਜਿਹੜਾ ਕਿੰਗ ਆ ਉਹ ਦੁਬਾਰਾ ਉਹਦੇ ਪੱਟੀ ਕਰਦਾ ਜਦ ਤੱਕ ਬਲੀਡਿੰਗ ਆ ਜਿਹੜੀ ਉਹ ਸਟੋਪ ਨਹੀਂ ਹੋ ਜਾਂਦੀ, ਉਹਦਾ ਖੂਨ ਨਿਕਲਣਾ ਬੰਦ ਨਹੀਂ ਹੋ ਜਾਂਦਾ। The men felt better and asked for something to drink. ਹੁਣ ਜਿਹੜਾ ਇਨਸਾਨ ਆ ਬੰਦਾ ਏ ਉਹਨੂੰ ਕੁਝ ਵਧੀਆ ਫੀਲ ਹੁੰਦਾ ਹੈ ਜਦੋਂ ਉਹਦੇ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ ਤੇ ਪੀਣ ਵਾਸਤੇ ਕੁਝ ਮੰਗਦਾ ਹੈ। The king brought fresh water and gave it to him. ਕਿੰਗ ਉਹਨੂੰ ਕੀ ਦਿੰਦਾ ਹੈ,
फ्रैश ताज़ा पानी दिंदा। बाय दिस टाइम द सन हैड सैट एंड द एयर वॉज कूल। ਹੁਣ तक कहता भी ਜਿਹੜਾ सूरज से पूरी तरह छिप गया सी, यानी रात हो गई सी ते ਜਿਹੜੀ हवा है वो ठंडी हो गई सी। द किंग विद द हरमिट्स हेल्प कैरिड द वाउंटेड मैन इनटू द हट एंड लैड हिम ऑन द बैड। ਹੁਣ ਜੀ ਜਿਹੜਾ ਹਰਮਿਟ ਕਿੰਗ ਆ ਜਿਹੜਾ ਉਹ ਹਰਮਿਟ ਦੀ ਹੈਲਪ ਦੇ ਨਾਲ ਉਹ ਵਾਉਂਟਡ ਇਨਸਾਨ ਨੂੰ ਅੰਦਰ ਲੈ ਜਾਂਦਾ ਹੈ, ਹੱਟ ਦੇ ਅੰਦਰ ਲੈ ਜਾਂਦਾ ਤੇ ਉਹਨੂੰ ਬੈੱਡ ਤੇ ਲਿਟਾ ਦਿੰਦਾ ਹੈ। ਦ ਮੈਨ ਕਲੋਜ਼ਡ ਹਿਜ਼ ਆਈਜ਼ ਐਂਡ ਲੇ ਕੁਆਇਟ। ਹੁਣ ਜਿਹੜਾ ਬੰਦਾ ਹੁੰਦਾ ਹੈ ਉਹ ਆਪਣੀ ਅੱਖਾਂ ਬੰਦ ਕਰ ਲੈਂਦਾ ਤੇ ਚੁੱਪ ਕਰਕੇ ਸੋ ਜਾਂਦਾ ਹੈ। ਦ ਕਿੰਗ ਟਾਇਰਡ ਬਾਈ ਹਿਜ਼ ਵਾਕ ਐਂਡ ਦ ਵਰਕ ਹੀ ਹੈਡ ਡਨ ਲੇ ਡਾਊਨ ਔਨ ਦ ਫਲੋਰ ਐਂਡ ਸਲੈਪਟ ਥਰੂ ਦ ਨਾਈਟ। ਹੁਣ ਜੀ ਕਿੰਗ ਕੀ ਕਰਦਾ ਹੈ, ਕਿਉਂਕਿ ਉਹ ਵੀ ਸਾਰਾ ਦਿਨ ਤੁਰ ਕੇ ਤੇ ਕੰਮ ਕਰਕੇ ਥੱਕਿਆ ਹੁੰਦਾ ਨਾ, ਤਾਂ ਉਹ ਵੀ ਫਰਸ਼ ਤੇ ਹੀ ਸੋ ਜਾਂਦਾ ਹੈ ਤੇ ਸਾਰੀ ਰਾਤ ਸੁੱਤਾ ਰਹਿੰਦਾ ਹੈ। ਵੈਨ ਹੀ woke it was several minutes before he could remember। ਹੁਣ ਜੀ ਜਦੋਂ ਉਹ ਉੱਠਦਾ ਹੈ where he was or who the strange bearded man lying on the bed was। ਹੁਣ ਜੀ ਇਸ ਤੋਂ ਪਹਿਲਾਂ ਕਿ ਉਹ ਯਾਦ ਕਰ ਪਾਉਂਦਾ ਕਿੰਗ ਆ ਜਿਹੜਾ ਵੀ ਉਹ ਕਿੱਥੇ ਆ ਤੇ ਉਹ ਜਿਹੜਾ ਸਟ੍ਰੇਂਜ ਅਜਨਬੀ, ਸਟ੍ਰੇਂਜ ਦਾ ਮੀਨਿੰਗ ਹੁੰਦਾ ਅਜਨਬੀ, ਵੀ ਅਜਨਬੀ ਦਾੜੀ ਵਾਲਾ ਇਨਸਾਨ ਆ ਬੈੱਡ ਤੇ ਪਿਆ ਏ। ਇਸ ਤੋਂ ਪਹਿਲਾਂ ਕੀ ਹੁੰਦਾ ਹੈ, forgive me said the bearded man in a weak voice when he saw the king was awake। ਹਾਂਜੀ, ਹੁਣ ਜਦੋਂ ਹੀ ਉਹ ਦੇਖਦਾ ਹੈ ਜਿਹੜਾ ਬੀਅਰਡਡ ਮੈਨ ਹੁੰਦਾ ਹੈ ਵੀ ਜਿਹੜਾ ਕਿੰਗ ਆ ਉਹ ਉੱਠ ਗਿਆ, ਤਾਂ ਉਹਨੂੰ ਉਹ ਤੋਂ ਮਾਫੀ ਮੰਗਦਾ ਹੈ ਆਪਣੀ ਕਮਜ਼ੋਰ ਆਵਾਜ਼ ਦੇ ਵਿੱਚ। ਵੀਕ ਵੌਇਸ ਹੁੰਦਾ ਕਮਜ਼ੋਰ ਆਵਾਜ਼ ਜਾਂ ਹਲਕੇ ਜਿਹੇ ਜਿਵੇਂ ਬੋਲਦੇ ਹੁੰਦੇ ਆਪਾਂ। I do not know you and have nothing to forgive you for said the king। ਹੁਣ ਕਿੰਗ ਕੀ ਆ, ਕਿੰਗ ਕਹਿੰਦਾ ਮੈਂ ਤਾਂ ਤੈਨੂੰ ਜਾਣਦਾ ਨਹੀਂ, ਮੈਂ ਫਿਰ ਤੂੰ ਮਾਫੀ ਕਿਹੜੀ ਚੀਜ਼ ਦੀ ਮੰਗ ਰਿਹਾ ਮੇਰੇ ਤੋਂ, ਕਿਸ ਚੀਜ਼ ਵਾਸਤੇ ਮੈਂ ਤੈਨੂੰ ਮਾਫ ਕਰਾਂ। You do not know me but I know you। ਹੁਣ ਕਹਿੰਦਾ ਉਹ ਇਨਸਾਨ ਬੋਲਦਾ ਏ, ਕਹਿੰਦਾ ਤੂੰ ਮੈਨੂੰ ਨਹੀਂ ਜਾਣਦਾ ਬਟ ਮੈਂ ਤੈਨੂੰ ਜਾਣਦਾ। I am that enemy of yours who swore revenge on you। ਕਹਿੰਦਾ ਮੈਂ ਤੇਰਾ ਉਹ ਦੁਸ਼ਮਣ ਆ ਜਿਹੜਾ ਤੇਰੇ ਤੋਂ ਬਦਲਾ ਲੈਣ ਆਇਆ ਸੀ। Because you put my brother to death and seized my property। ਕਹਿੰਦਾ ਕਿਉਂਕਿ ਤੂੰ ਮੇਰੇ ਬ੍ਰਦਰ ਨੂੰ ਮਾਰਿਆ ਸੀ ਤੇ ਮੇਰੀ ਪ੍ਰੋਪਰਟੀ ਹੈ ਜਿਹੜੀ ਮੇਰੀ ਜ਼ਮੀਨ ਜਾਇਦਾਦ ਆ ਉਹ ਸੀਜ਼ ਕਰਤੀ ਸੀ, ਜ਼ਬਤ ਕਰ ਲਈ ਸੀ। I know you had gone alone to see that hermit। ਕਹਿੰਦਾ ਮੈਨੂੰ ਪਤਾ ਲੱਗਿਆ ਸੀ ਵੀ ਤੂੰ ਇਸ ਹਰਮਿਟ ਨੂੰ ਇਕੱਲੇ ਦੇਖਣ ਜਾ ਰਿਹਾ ਹੈ। And I made up my mind to kill you on your way home। ਕਹਿੰਦਾ ਇਸ ਕਰਕੇ ਮੈਂ ਆਪਣੇ ਮਾਈਂਡ ਮਤਲਬ ਮੈਂ ਇਹ ਸੋਚ ਕੇ ਆਇਆ ਸੀ ਵੀ ਮੈਂ ਤੈਨੂੰ ਜਦ ਤੂੰ ਘਰ ਨੂੰ ਜਾਏਗਾ ਤਾਂ ਮੈਂ ਤੈਨੂੰ ਮਾਰ ਦੂੰਗਾ। But the day passed and you did not return। ਕਿਉਂਕਿ ਕਹਿੰਦਾ ਸਾਰਾ ਦਿਨ ਲੰਘ ਗਿਆ ਤੇ ਤੁਸੀਂ ਵਾਪਸ ਨਹੀਂ ਆਏ। ਸੋ ਆਈ ਲੈਫਟ ਮਾਈ ਹਾਈਡਿੰਗ ਪਲੇਸ। ਇਸ ਕਰਕੇ ਕਹਿੰਦਾ ਜਿੱਥੇ ਮੈਂ ਲੁਕਿਆ ਹੋਇਆ ਸੀ ਉਹ ਜਗ੍ਹਾ ਮੈਂ ਛੱਡਤੀ। ਐਂਡ ਕੇਮ ਅਪੋਨ ਯੂਅਰ ਬੋਡੀਗਾਰਡ। ਇਸ ਕਰਕੇ ਕਹਿੰਦਾ ਤੁਹਾਡੇ ਬੋਡੀਗਾਰਡਸ ਨੇ ਮੈਨੂੰ ਦੇਖ ਲਿਆ, ਜਿਨ੍ਹਾਂ ਨੇ ਮੈਨੂੰ ਪਛਾਣ ਲਿਆ ਤੇ ਮੈਨੂੰ ਜ਼ਖਮੀ ਕਰਤਾ। ਕਹਿੰਦਾ ਮੈਂ ਉਹਨਾਂ ਤੋਂ ਤਾਂ ਬਚ ਗਿਆ ਬਟ ਮੈਂ ਮਰ ਜਾਂਦਾ ਜੇ ਤੁਸੀਂ ਮੇਰੀ ਜ਼ਖਮਾਂ ਦੇ ਉੱਪਰ ਪੱਟੀਆਂ ਨਾ ਕਰਦੇ। ਆਈ ਵਿਸ਼ ਟੂ ਕਿਲ ਯੂ ਬਟ ਯੂ ਸੇਵਡ ਮਾਈ ਲਾਈਫ। ਕਹਿੰਦਾ ਮੈਂ ਤਾਂ ਤੁਹਾਨੂੰ ਮਾਰਨ ਆਇਆ ਸੀ ਬਟ ਤੁਸੀਂ ਕੀ ਕੀਤਾ, ਮੇਰੀ ਲਾਈਫ ਬਚਾਈ, ਮੇਰੀ ਜ਼ਿੰਦਗੀ ਬਚਾਈ। ਨਾਓ ਇਫ ਆਈ ਲਿਵ ਆਈ ਵਿਲ ਸਰਵ ਯੂ ਐਜ਼ ਯੂਅਰ ਮੋਸਟ ਫੇਥਫੁਲ ਸਰਵੈਂਟ। ਹੁਣ ਕਹਿੰਦਾ ਜੇ ਮੈਂ ਜਿਉਂਦਾ ਰਿਹਾ, ਜਦ ਤੱਕ ਮੈਂ ਜਿਉਂਦਾ ਹੀ ਹਾਂ ਜਿਉਂਦਾ ਰਿਹਾ, ਮੈਂ ਤੁਹਾਨੂੰ ਇੱਕ ਸੱਚੇ ਸੇਵਕ ਦੀ ਤਰ੍ਹਾਂ ਜਾਂ ਵਫਾਦਾਰ ਜਿਹੜਾ ਨੌਕਰ ਹੁੰਦਾ ਉਹਦੀ ਤਰ੍ਹਾਂ ਤੁਹਾਡੇ ਅੰਡਰ ਕੰਮ ਕਰੂੰਗਾ ਜਾਂ ਤੁਹਾਡੀ ਸੇਵਾ ਕਰੂੰਗਾ। ਐਂਡ ਵਿਲ ਆਰਡਰ ਮਾਈ ਸਨਸ ਟੂ ਡੂ ਦਾ ਸੇਮ ਫੋਰਗਿਵ ਮੀ। ਕਹਿੰਦਾ ਮੈਂ ਆਪਣੇ ਜਿਹੜੇ ਮੇਰੇ ਬੇਟੇ ਆ ਉਹਨਾਂ ਨੂੰ ਵੀ ਇਹੀ ਕਹੂੰਗਾ ਵੀ ਉਹ ਇਕਣੇ ਸੇਵਾ ਕਰਨ ਤੁਹਾਡੀ, ਤੇ ਇਸ ਕਰਕੇ ਉਹ ਫਿਰ ਦੁਬਾਰਾ ਮਾਫੀ ਮੰਗਦਾ ਹੈ। The king was very happy to have made peace with his enemy so easily। ਹੁਣ ਜਿਹੜਾ ਕਿੰਗ ਆ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਕਿਉਂਕਿ ਉਹਨੇ ਆਸਾਨੀ ਦੇ ਨਾਲ ਆਪਣੇ ਐਨੀਮੀ ਨੂੰ ਦੋਸਤ ਬਣਾ ਲਿਆ ਸੀ। ਠੀਕ ਹੈ, ਐਜ਼ ਅ ਫਰੈਂਡ ਉਹਨੂੰ ਮਿਲ ਗਿਆ ਸੀ ਉਹ। He not only forgave him but said he would send his servants। ਹੁਣ ਉਹਨੂੰ ਮਾਫ ਹੀ ਨਹੀਂ ਕਰਦਾ ਬਟ ਉਹ ਇਹ ਵੀ ਕਹਿੰਦਾ ਵੀ ਮੈਂ ਆਪਣੇ ਜਿਹੜੇ ਨੌਕਰ ਆ ਤੇ ਆਪਣਾ ਡਾਕਟਰ ਆ ਤੇਰੀ ਦੇਖਭਾਲ ਵਾਸਤੇ ਭੇਜੂੰਗਾ ਤੇ ਮੈਂ ਤੈਨੂੰ ਪ੍ਰੋਮਿਸ ਕਰਦਾ ਵੀ ਮੈਂ ਤੇਰੀ ਪ੍ਰੋਪਰਟੀ ਵੀ ਤੈਨੂੰ ਵਾਪਿਸ ਕਰ ਦੂੰਗਾ। ਹਾਂਜੀ, ਹੁਣ ਉਹ ਲੀਵਿੰਗ ਉਹ ਜਿਹੜਾ ਜ਼ਖਮੀ ਆਦਮੀ ਹੁੰਦਾ ਉਹਨੂੰ ਛੱਡ ਕੇ ਉਹ ਬਾਹਰ ਨਿਕਲਦਾ ਏ ਤੇ ਆਸੇ ਪਾਸੇ ਦੇਖਣ ਲੱਗ ਜਾਂਦਾ ਕਿਹਦੇ ਵਾਸਤੇ, ਹਰਮਿਟ ਵਾਸਤੇ। ਹਰਮਿਟ ਨੂੰ ਦੇਖਣ ਲੱਗ ਜਾਂਦਾ ਬਿਫੋਰ ਗੋਇੰਗ ਅਵੇ। ਹਾਂਜੀ, ਹੁਣ ਕਹਿੰਦਾ ਇਸ ਤੋਂ ਪਹਿਲਾਂ ਕਿ ਉਹ ਵਾਪਸ ਜਾਂਦਾ ਉਹਨੂੰ ਐਂ ਹੁੰਦਾ ਵੀ ਇੱਕ ਵਾਰ ਫੇਰ ਮੈਂ ਪੁੱਛ ਕੇ ਦੇਖ ਲੈਣਾ ਵੀ ਜੇ ਹਰਮਿਟ ਆ ਜਿਹੜਾ ਉਹ ਮੇਰੇ ਕੁਐਸਚਨਸ ਦੇ ਆਨਸਰ ਦੇ ਦੇਵੇ, ਹੈ ਨਾ। ਹੁਣ ਜਿਹੜਾ ਹਰਮਿਟ ਆ ਉਹ ਕੀ ਕਰ ਰਿਹਾ ਹੁੰਦਾ, ਸੋਇੰਗ ਸੀਡਸ ਹੁੰਦਾ
बीज बीजना। हुण जिहड़े कल उहने मिट्टी पट्टी सी ना, डग कीता सी एक दिन पहलां, जिहड़ी मिट्टी उहने पट्टी सी, क्यारियां तैयार कीतियां सी, उहदे विच बीज बो रिहा हुंदा है। द किंग वैंट टू द हरमिट एंड सैड, हुण जिहड़ा किंग आ ओह हरमिट दे कोल जांदा है ते उहनूं कहंदा लास्ट टाइम मैं तुहाडे तों भीख मंगदा है जां तुहाडे तों पुੱਛ रिहा है भी मैनूं मेरे क्वेश्चनस दे आंसर दे दो। You have already been answered. हुण the hermit still bending down to the earth ground and looking up at the knee at the king as he stood before him. हाँ जी, हुण जिहड़ा हरमिट आ ਉਹਨੂੰ ਉਕਣੇ देख ਰਿਹਾ ਹੁੰਦਾ है किंग ਨੂੰ, ਉਕਣੇ बैठ के ही देख ਰਿਹਾ ਹੁੰਦਾ है किंग ਨੂੰ, ਜਿਹੜਾ ਉਹਦੇ ਮੂਹਰੇ ਖੜਾ ਹੁੰਦਾ ਹੈ। ਕਹਿੰਦਾ ਤੈਨੂੰ ਤਾਂ ਆਨਸਰ ਮਿਲ ਚੁੱਕੇ ਆ। ਹਾਊ ਹੈਵ ਆਈ ਬੀਨ ਆਨਸਰਡ, ਵਾਟ ਡੂ ਯੂ ਮੀਨ। ਹੁਣ ਉਹ ਕਹਿੰਦਾ ਮੈਨੂੰ ਕਿਵੇਂ ਆਨਸਰ ਮਿਲ ਗਏ, ਵੀ ਤੁਹਾਡਾ ਮਤਲਬ ਕੀ ਆ। ਡੂ ਯੂ ਨਾਟ ਸੀ ਰਿਪਲਾਈਡ ਦਾ ਹਰਮਿਟ। ਹੁਣ ਹਰਮਿਟ ਕਹਿੰਦਾ ਹੈ ਜੀ, ਕਹਿੰਦਾ ਕਿ ਤੈਨੂੰ ਦਿਖ ਨਹੀਂ ਰਿਹਾ। ਇਫ ਯੂ ਹੈਡ ਨਾਟ ਪੀਟਡ ਮਾਈ ਵੀਕਨੈਸ ਜਸਟ, ਹੁਣ ਕਹਿੰਦਾ ਜੇ ਤੂੰ ਕੱਲ੍ਹ ਮੇਰੀ ਕਮਜ਼ੋਰੀ 'ਤੇ ਦਿਆ ਨਾ ਕਰਦਾ ਤਾਂ ਤੂੰ ਅਤੇ ਮੇਰੇ ਵਾਸਤੇ ਜਿਹੜੇ ਆਹ ਤਾਂ ਕਿਆਰੀਆਂ ਪੱਟੀਆਂ ਨੇ ਉਹ ਨਾ ਪੱਟਦਾ ਅਤੇ ਤੂੰ ਇੱਥੋਂ ਚਲੇ ਜਾਂਦਾ, ਫਿਰ ਕਿਆ ਹੁੰਦਾ, ਉਹ ਮੈਨ ਨੇ ਤੇਰੇ 'ਤੇ ਅਟੈਕ ਕਰਨਾ ਸੀਗਾ। ਠੀਕ ਹੈ, ਵੀ ਉਹ ਮੈਨ ਨੇ ਤੇਰੇ 'ਤੇ ਅਟੈਕ ਕਰਨਾ ਸੀ। ਇਫ ਐਂਡ ਯੂ ਵੁੱਡ ਹੈਵ ਵਿਸ਼ਡ ਯੂ ਹੈਡ ਸਟੇਡ ਵਿਦ ਮੀ, ਕਹਿੰਦਾ ਵੀ ਤੇਰੀ ਇੱਛਾ ਹੀ ਸੀ ਇਹ ਵੀ ਤੂੰ ਇੱਥੇ ਰਿਹਾ ਮੇਰੇ ਨਾਲ। ਸੋ ਦਾ ਮੋਸਟ ਇੰਪੋਰਟੈਂਟ ਟਾਈਮ ਵਾਜ਼ ਵੈਨ ਯੂ ਵਰ ਡਿਗਿੰਗ ਦਾ ਬੈਡਸ। ਹਾਂਜੀ, ਹੁਣ ਸਭ ਤੋਂ ਇੰਪੋਰਟੈਂਟ ਟਾਈਮ ਕਿਹੜਾ ਸੀ, ਵੀ ਜਦੋਂ ਉਹ ਜਿਹੜੀਆਂ ਕਿਆਰੀਆਂ ਸੀ ਉਹ ਪੱਟ ਰਿਹਾ ਸੀ। ਠੀਕ ਹੈ, ਐਂਡ ਆਈ ਵਾਜ਼ ਦਾ ਮੋਸਟ ਇੰਪੋਰਟੈਂਟ ਮੈਨ, ਕਹਿੰਦਾ ਤੇ ਤੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਇਨਸਾਨ ਉਸ ਟਾਈਮ ਕੌਣ ਸੀਗਾ, ਮੈਂ। ਐਂਡ ਟੂ ਡੂ ਮੀ ਗੁੱਡ ਵਾਜ਼ ਯੂਅਰ ਮੋਸਟ ਇੰਪੋਰਟੈਂਟ ਬਿਜ਼ਨਸ, ਤੇ ਕਹਿੰਦਾ ਤੇ ਮੇਰਾ ਚੰਗਾ ਕਰਨਾ ਤੇਰਾ ਸਭ ਤੋਂ ਇੰਪੋਰਟੈਂਟ ਬਿਜ਼ਨਸ ਸੀ, ਸਭ ਤੋਂ ਇੰਪੋਰਟੈਂਟ ਕੰਮ ਸੀ। ਆਫਟਰਵਰਡਸ ਵੈਨ ਦ ਮੈਨ ਰੇਨ ਟੂ ਅਸ ਦ ਮੋਸਟ ਇੰਪੋਰਟੈਂਟ ਟਾਈਮ ਵਾਜ਼ ਵੈਨ ਯੂ ਵਰ ਕੇਅਰਿੰਗ ਫॉर ਹਿਮ। ਹਾਂਜੀ, ਹੁਣ ਉਸ ਤੋਂ ਬਾਅਦ ਕਹਿੰਦਾ ਜਦੋਂ ਜਿਹੜਾ ਇਨਸਾਨ ਉਹ ਆਪਣੇ ਵੱਲ ਭੱਜਿਆ ਆ ਤਾਂ ਸਭ ਤੋਂ ਇੰਪੋਰਟੈਂਟ ਟਾਈਮ ਉਹ ਸੀ ਜਦੋਂ ਤੂੰ ਉਹਦੀ ਦੇਖਭਾਲ ਕਰ ਰਿਹਾ ਸੀ। ਕੇਅਰਿੰਗ ਹੁੰਦਾ ਦੇਖਭਾਲ ਕਰਨਾ। ਬਿਕੋਜ਼ ਇਫ ਯੂ ਹੈਡ ਨਾਟ ਡਰੈਸਡ ਹਿਜ਼ ਵਾਊਂਡਸ ਹੀ ਵੁੱਡ ਹੈਵ ਡਾਈਡ ਵਿਦਆਊਟ ਹੈਵਿੰਗ ਮੇਡ ਪੀਸ ਵਿਦ ਯੂ। ਹੁਣ ਉਹ ਕਹਿੰਦਾ ਜੇ ਤੂੰ ਉਹਦੀ ਜ਼ਖਮਾਂ 'ਤੇ ਪੱਟੀ ਨਾ ਕਰਦਾ ਤਾਂ ਉਹਨੇ ਤੇਰੇ ਨਾਲ ਸੁਲ੍ਹਾ ਕੀਤੇ, ਪੀਸ ਮਤਲਬ ਵੀ ਉਹਦੇ ਨਾਲ ਸੁਲ੍ਹਾ ਹੋ ਗਈ ਨਾ ਹੁਣ ਉਹਦੀ, ਅਤੇ ਉਹ ਤੇਰੇ ਨਾਲ ਸੁਲ੍ਹਾ ਕੀਤੇ ਬਿਨਾਂ ਹੀ ਕਹਿੰਦਾ ਉਹਨੇ ਮਰ ਜਾਣਾ ਸੀ। ਸੋ ਹੀ ਵਾਜ਼ ਦਾ ਮੋਸਟ ਇੰਪੋਰਟੈਂਟ ਮੈਨ, ਇਸ ਕਰਕੇ ਕਹਿੰਦਾ ਹੁਣ ਤੇਰੇ ਵਾਸਤੇ ਉਸ ਟਾਈਮ 'ਤੇ ਉਹ ਜ਼ਖਮੀ ਬੰਦਾ ਤੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਇਨਸਾਨ ਸੀਗਾ ਉਸ ਟਾਈਮ 'ਤੇ, ਅਤੇ ਜਿਹੜਾ ਤੂੰ ਉਹਦੇ ਵਾਸਤੇ ਕੰਮ ਕੀਤਾ, ਠੀਕ ਹੈ, ਉਹ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ ਉਸ ਟਾਈਮ 'ਤੇ। ਰਿਮੈਂਬਰ ਦੈਨ ਦੇਅਰ ਇਜ਼ ਓਨਲੀ ਵਨ ਟਾਈਮ ਦੈਟ ਇਜ਼ ਇੰਪੋਰਟੈਂਟ ਐਂਡ ਦੈਟ ਟਾਈਮ ਇਜ਼ ਨਾਓ। ਕਹਿੰਦਾ ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਵੀ ਸਿਰਫ ਔਰ ਸਿਰਫ ਇੱਕ ਟਾਈਮ ਆ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ, ਉਹ ਕਿਹੜਾ ਹੁੰਦਾ ਹੈ, ਹੁਣ ਦਾ। ਨਾਓ ਦਾ ਮੀਨਿੰਗ ਹੁੰਦਾ ਹੈ ਹੁਣ, ਜਿਹੜਾ ਹੁਣ ਚੱਲ ਰਿਹਾ ਹੈ। It is the most important time because it is the only time we have any power to act। ਕਹਿੰਦਾ ਇਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਟਾਈਮ ਆ ਬਿਕੋਜ਼, ਕਿਉਂਕਿ ਕਹਿੰਦਾ ਇਹੀ ਟਾਈਮ ਆ ਜਿਹਦੇ ਵਿੱਚ ਸਾਡੇ ਕੋਲ ਪਾਵਰ ਹੁੰਦੀ ਆ ਵੀ ਅਸੀਂ ਕੋਈ ਕੰਮ ਕਰ ਸਕਦੇ ਹਾਂ। ਕਿਉਂਕਿ ਜਦੋਂ ਉਹ ਪਾਸਟ ਬਣ ਜਾਂਦਾ ਉਦੋਂ ਸਿਰਫ ਆਪਣੇ ਕੋਲ ਪਛਤਾਵਾ ਰਹਿ ਜਾਂਦਾ ਨਾ ਵੀ ਹਾਂ ਕਾਸ਼ ਮੈਂ ਇੱਕਣ ਕਰ ਲੈਂਦਾ। ਫਿਊਚਰ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਪਾਂ ਨੇ ਕੀ ਕਰਨਾ। ਠੀਕ ਹੈ, ਇਸ ਕਰਕੇ ਕਿਉਂਕਿ ਜਿਹੜਾ ਵੀ ਟਾਈਮ ਹੈ ਆਪਣੇ ਕੋਲ ਕੀ ਆ, ਉਹ ਪ੍ਰੈਜ਼ੈਂਟ ਨਾਓ ਦਾ ਟਾਈਮ ਆ, ਜੋ ਵੀ ਕੰਮ ਕਰਨਾ ਨਾਓ। ਓਕੇ, ਦ ਮੋਸਟ ਨੈਸੈਸਰੀ ਪਰਸਨ ਇਜ਼ ਦ ਪਰਸਨ ਯੂ ਆਰ ਵਿਦ ਐਟ ਦਾ ਪਰਟੀਕੂਲਰ ਮੋਮੈਂਟ। ਹਾਂਜੀ, ਹੁਣ ਤੁਹਾਡੇ ਵਾਸਤੇ ਸਭ ਤੋਂ ਇੰਪੋਰਟੈਂਟ ਪਰਸਨ ਕੌਣ ਹੋਊਗਾ ਇਸ ਟਾਈਮ 'ਤੇ, ਜੋ ਵੀ ਤੁਹਾਡੇ ਨਾਲ ਹੈ ਉਹ ਪਰਸਨ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਪਰਸਨ ਹੋਊਗਾ ਅਤੇ ਉਹਦੀ ਸੁਣਨਾ, ਠੀਕ ਹੈ, ਤੁਹਾਡੇ ਵਾਸਤੇ ਇੰਪੋਰਟੈਂਟ ਹੋਊਗਾ। for no one knows what will happen in the future and whether we will meet anyone else। ਹਾਂਜੀ, ਹੁਣ ਉਹ ਕਹਿੰਦਾ ਵੀ ਕੋਈ ਵੀ ਨਹੀਂ ਜਾਣਦਾ ਵੀ ਫਿਊਚਰ ਦੇ ਵਿੱਚ ਕੀ ਹੋਊਗਾ, ਵੀ ਕੀ ਅਸੀਂ ਦੁਬਾਰਾ ਮਿਲਾਂਗੇ ਕਿ ਨਹੀਂ ਮਿਲਾਂਗੇ, ਹੈ ਨਾ। ਦ ਮੋਸਟ ਇੰਪੋਰਟੈਂਟ ਬਿਜ਼ਨਸ ਇਜ਼ ਟੂ ਡੂ ਦੈਟ ਪਰਸਨ ਗੁੱਡ। ਅਤੇ ਆਪਣਾ ਸਭ ਤੋਂ ਇੰਪੋਰਟੈਂਟ ਬਿਜ਼ਨਸ ਕੀ ਹੁੰਦਾ, ਕੰਮ ਕੀ ਹੁੰਦਾ ਹੈ ਕਿ ਉਸ ਇਨਸਾਨ ਦਾ ਚੰਗਾ ਕਰਨਾ, ਭਲਾ ਕਰਨਾ। ਬਿਕੋਜ਼ ਵੀ ਵਰ ਸੈਂਟ ਇਨ ਟੂ ਦਿਸ ਵਰਲਡ ਫॉर ਦੈਟ ਪਰਪਜ਼ ਅਲੋਨ, ਕਿਉਂਕਿ ਸਿਰਫ ਔਰ ਸਿਰਫ ਇਸੇ ਕੰਮ ਵਾਸਤੇ ਹੀ ਰੱਬ ਨੇ ਸਾਨੂੰ ਇਸ ਸੰਸਾਰ 'ਤੇ ਭੇਜਿਆ ਹੈ ਕਿ ਦੂਸਰਿਆਂ ਦਾ ਭਲਾ ਕਰਨਾ। ਓਕੇ, ਇਹਦੇ ਵਿੱਚ ਰਾਜੇ ਤੁਹਾਨੂੰ ਵੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਵੀ ਇਹ
टाइम है जिहड़ा हुण दा सिर्फ और सिर्फ यही टाइम है जिहदे विच आपां कुछ कर सकते हैं। ओके, ते वो परसन जिहड़ा इस टाइम अपने नाल आ उही तुहाडे वास्ते सब तो ज़्यादा प्रीशियस होना चाहिए, ते उहदा भला करना ही तुहाडा मेन काम होना चाहिए। ठीक है जी। ओके, नाउ वी हैव डन दिस चैप्टर। I hope you will like this video and subscribe the channel. Okay, bye bye.